ਲਓ ਜੀ, ਆਬਾਦੀ ਵਧਣ ਦੇ ਕੁਝ ਫੈਕਟਸ ਆਏ ਨੇ ਸਾਹਮਣੇ, ਹਕੂਮਤ ਵੱਲੋਂ ਜਾਰੀ ਹੋਏ ਨੇ, ਔਰ ਉਹਨੂੰ ਵੇਖ ਕੇ ਲੱਗਦਾ ਕਿ ਯਾਰ ਸਾਡਾ ਕੀ ਬਣੇਗਾ। ਪਰ ਜਿਹੜੇ ਆਬਾਦੀ 'ਚ ਇਜ਼ਾਫਾ ਕਰਨ ਡਏ ਨੇ, ਜਿਨ੍ਹਾਂ ਨੂੰ ਨਹੀਂ ਇਹਦਾ ਅਹਿਸਾਸ, ਉਹ ਤਾਂ ਲੱਗਦਾ ਹਰ ਚੀਜ਼ ਤੋਂ ਬੇਫਿਕਰ ਹੋ ਕੇ ਤੇ ਆਪਣੇ ਕੰਮ 'ਚ ਲੱਗੇ ਨੇ। ਤੇ ਰਿਪੋਰਟ ਇਹ ਦੱਸਦੀ ਪਈ ਕਿ ਪਾਕਿਸਤਾਨ ਦੀ ਜਿਹੜੀ ਟੋਟਲ ਆਬਾਦੀ ਹੈ ਉਹ 24 ਕਰੋੜ 14 ਲੱਖ ਤੇ 90 ਹਜ਼ਾਰ ਹੋ ਗਈ। ਇਹ ਪੂਰੇ ਰੀਜਨ ਦੇ ਵਿੱਚ, ਯਾਨੀ ਇੰਡੀਆ, पाकिस्तान, बांग्लादेश, नेपाल, भूटान, मालदीव और अफगानिस्तान वगैरह पूरे रीजन ਦੇ ਵਿੱਚ ਪਾਕਿਸਤਾਨ ਵਾਹਿਦ ਮੁਲਕ ਹੈ ਜਿੰਦੀ ਆਬਾਦੀ ਇੰਨੀ ਤੇਜ਼ੀ ਦੇ ਨਾਲ ਵਧਣ ਰਹੀ ਹੈ। ਤੇ ਇਹਦੇ ਨਾਲ ਕੁਝ ਸੂਬਿਆਂ ਦੇ ਹਵਾਲੇ ਨਾਲ ਵੀ ਆਈ ਕਿ ਕਿਹੜੇ ਸੂਬੇ 'ਚ ਕਿੰਨੀ ਆਬਾਦੀ। ਪੰਜਾਬ ਦੀ ਜਿਹੜੀ ਆਬਾਦੀ ਹੈ ਉਹ ਆਈ ਹੈ 12 ਕਰੋੜ ਤੇ 76 ਲੱਖ। ਇਸੇ ਤਰ੍ਹਾਂ ਸਿੰਧ ਦੀ ਆਬਾਦੀ ਹੈ 5 ਕਰੋੜ 57 ਲੱਖ। ਖੈਬਰ ਪਖਤੂਨਖਵਾ ਦੀ 4 ਕਰੋੜ 80 ਲੱਖ ਤੇ ਬਲੋਚਿਸਤਾਨ ਦੀ 1 ਕਰੋੜ ਤੇ 48 ਲੱਖ ਇਹ ਆਬਾਦੀ। ਇਕੱਲੇ ਇਸਲਾਮਾਬਾਦ ਸ਼ਹਿਰ ਦੀ ਜਿਹੜੀ ਆਬਾਦੀ ਕੁਝ ਸਾਲ ਪਹਿਲੇ ਤੱਕ 5-6 ਲੱਖ ਹੁੰਦੀ ਸੀ, ਉਹਦੀ ਆਬਾਦੀ 23 ਲੱਖ ਹੋ ਗਈ। ਤੇ ਜਨਾਬ ਕਰਾਚੀ ਦੀ ਆਬਾਦੀ, ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਪਾਕਿਸਤਾਨ ਦਾ, ਉਹ 2 ਕਰੋੜ ਤੇ 40 ਲੱਖ ਆਬਾਦੀ। ਦੁਨੀਆ ਦੇ ਕਈ ਮੁਲਕ ਨੇ ਜਿਨ੍ਹਾਂ ਦੀ ਆਬਾਦੀ ਕਰਾਚੀ ਸ਼ਹਿਰ ਨਾਲੋਂ ਥੋੜ੍ਹੀ ਹੈ, ਦਰਜਨਾਂ ਮੁਲਕ ਐਸੇ ਹੋਣਗੇ। ਤੇ ਸਿਰਫ ਕਰਾਚੀ ਸ਼ਹਿਰ ਦੀ ਜਿਹੜੀ ਆਬਾਦੀ ਉਹ 2 ਕਰੋੜ ਤੇ 40 ਲੱਖ ਹੋ ਗਈ। ਲਾਹੌਰ ਦੀ ਆਬਾਦੀ ਜਨਾਬ 1 ਕਰੋੜ ਤੇ 30 ਲੱਖ ਹੈ, ਤੇ ਪਸ਼ਾਵਰ ਦੀ 47 ਲੱਖ, ਕੋਟਾ ਦੀ 25 ਲੱਖ, ਫੈਸਲਾਬਾਦ ਦੀ 90 ਲੱਖ ਤੇ ਰਾਵਲਪਿੰਡੀ ਦੀ ਜਿਹੜੀ ਹੈ 33 ਲੱਖ ਆਬਾਦੀ। ਇਹ ਜਨਾਬ ਆਬਾਦੀਆਂ ਨੇ। ਤੇ ਖਾਨਦਗੀ ਦੀ ਸ਼ਰ੍ਹਾ ਵੀ ਵੇਖੀਏ ਨਾ, ਇੰਨੀ ਬੜੀ ਆਬਾਦੀ ਹੈ ਤੇ ਇਹਨੂੰ ਪੜ੍ਹਾਉਣਾ ਲਿਖਾਉਣਾ, ਕੋਈ ਬਾਸ਼ਊਰ ਵੀ ਤਾਂ ਬਣਾਉਣਾ। ਤੇ ਖਾਨਦਗੀ ਦੀ ਸ਼ਰ੍ਹਾ ਪੂਰੇ ਮੁਲਕ ਦੀ ਹੈਗੀ 61%, 61% ਲੋਕ ਲਿਟਰੇਟ ਹੈਗੇ ਨੇ, ਯਾਨੀ ਬਹੁਤ ਵੱਡੀ ਤਾਦਾਦ ਜਿਹੜੀ ਹੈ ਉਹ ਅਨਪੜ੍ਹਾਂ ਦੀ। ਤੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਵੀ ਤੁਸੀਂ ਅਨਪੜ੍ਹ ਹੀ ਸਮਝੋ, ਕਿਉਂਕਿ ਸ਼ਊਰ ਦੀ ਜਿਹੜੀ ਇੱਕ ਕੌਮੀ ਸਤ੍ਹਾ ਦੇ ਉੱਤੇ ਤਰੱਕੀ ਵਾਸਤੇ, ਪ੍ਰੋਗਰੈਸ ਵਾਸਤੇ, ਡਿਵੈਲਪਮੈਂਟ ਵਾਸਤੇ ਜਿਹੜਾ ਸ਼ਊਰ ਚਾਹੀਦਾ, ਔਰ ਉਹ ਸ਼ਊਰ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਰਹਿ ਕੇ ਕੋਈ ਕੰਮ ਕਰੇਗਾ, ਮਈਸ਼ਤ ਨੂੰ ਬਿਹਤਰ ਕਰਨ ਦੇ ਵਿੱਚ ਕੰਮ ਕਰੇਗਾ, ਸੁਸਾਇਟੀ ਨੂੰ ਅਪਲਿਫਟ ਕਰਨ 'ਚ ਕੰਮ ਕਰੇਗਾ। ਉਹ ਸਤ੍ਹਾ ਦਾ ਸ਼ਊਰ ਅਗਰ ਅਸੀਂ ਕੱਢੀਏ ਤੇ 100 ਦੇ ਵਿੱਚੋਂ ਇੱਕ ਬੰਦਾ ਵੀ ਨਹੀਂ ਨਿਕਲਦਾ। ਇਹ ਸੂਰਤ ਹਾਲ। ਤੇ ਇਹ ਆਬਾਦੀ ਜਿਹੜੀ ਹੈ ਇਹ ਕਿਉਂ ਵਧਣ ਰਹੀ ਹੈ ਔਰ ਇਹਦੇ ਅਸਰਾਤ ਕੀ ਨੇ, ਇਹਦੇ ਨਾਲ ਅਸੀਂ ਜਦੋਂ ਗੱਲ ਕਰੀਏ ਕਿ 1987 ਦੀ ਗੱਲ ਹੈ, 11 ਜੁਲਾਈ ਦਾ ਦਿਨ ਸੀ, ਤੇ ਇੱਕ ਮਾਹਿਰ ਹੈਗੇ ਸਨ ਵਰਲਡ ਬੈਂਕ ਦੇ, ਉਹਨਾਂ ਨੇ ਉਸ ਦਿਨ ਤਜਵੀਜ਼ ਦਿੱਤੀ ਕਿ ਆਬਾਦੀ ਜਿਹੜੀ ਨਾ ਉਸ ਦਿਨ 5 ਅਰਬ ਹੋਈ ਸੀ। ਪੂਰੀ ਦੁਨੀਆ ਦੇ ਇਨਸਾਨਾਂ ਦੀ ਆਬਾਦੀ ਜਿਹੜੀ 5 ਅਰਬ ਹੋਈ ਸੀ 1987 'ਚ। ਤੇ ਉਹਨਾਂ ਕਿਹਾ ਇਹ 11 ਜੁਲਾਈ ਦਾ ਜਿਹੜਾ ਦਿਨ ਹੈ ਇਹਨੂੰ ਆਲਮੀ ਯੋਮੇ ਆਬਾਦੀ ਰੱਖਿਆ ਜਾਵੇ, ਔਰ ਇਹਦੇ ਵਿੱਚ ਹਕੂਮਤਾਂ ਔਰ ਰਿਆਸਤਾਂ ਕੋਸ਼ਿਸ਼ ਕਰਨ ਕਿ ਆਪਣੇ ਮੁਲਕ ਦੇ ਵਿੱਚ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ। ਆਬਾਦੀ ਕੰਟਰੋਲ ਦਾ ਜਿਹੜਾ ਕਨਸੈਪਟ ਹੈ ਉਹ ਇਸ ਵਾਸਤੇ ਵੀ ਦਿੱਤਾ ਗਿਆ ਕਿ ਜਿਹੜੇ ਵਸਾਇਲ ਨੇ ਉਹਨਾਂ ਦੇ ਮੁਤਾਬਕ ਆਬਾਦੀ ਹੋਵੇ। ਇੱਕ ਮੁਲਕ ਵੇਖੋ ਨਾ ਕਿ ਅਗਰ ਉਹ ਕਣਕ ਹੀ ਫਰਜ਼ ਕੀਤਾ ਉਗਾਉਂਦਾ ਹੈ, 100 ਮਣ ਕਣਕ ਉਗਾ ਲੈਂਦਾ, ਪਰ ਉੱਥੇ ਜਿਹੜੇ ਬੰਦੇ ਨੇ ਉਹਨਾਂ ਦੀ ਆਬਾਦੀ ਇੰਨੀ ਹੈ ਕਿ ਉਹ 400 ਮਣ ਖਾਂਦੇ ਨੇ ਸਾਲ ਦੀ। ਤੇ ਫਿਰ ਉਹ ਕੀ ਕਰੇਗਾ, ਉਹ 300 ਮਣ ਕਣਕ ਜਿਹੜੀ ਉਹ ਇੰਪੋਰਟ ਕਰੇਗਾ, ਦੂਸਰੇ ਕਿਸੇ ਕੋਲ ਖਰੀਦੇਗਾ। ਤੇ ਜੇ ਉਹਦੇ ਕਾਰੋਬਾਰ ਹੀ ਨਹੀਂ ਹੈਗਾ, ਮਈਸ਼ਤ ਮਜ਼ਬੂਤ ਨਹੀਂ ਹੈਗੀ, ਤੇ ਉਹ ਬਾਹਰ ਦੀ ਕਣਕ ਲੈਣ ਜੋਗਾ ਵੀ ਨਹੀਂ ਹੋਏਗਾ। ਫਿਰ ਫਾਕੇ ਆਉਣਗੇ, ਜਾਂ ਫਿਰ ਆਪਣੀਆਂ ਚੀਜ਼ਾਂ ਵੇਚੇਗਾ ਹੌਲੀ ਹੌਲੀ ਕਰਕੇ, ਤੇ ਫਿਰ ਉਹ ਗੁਲਾਮੀ 'ਚ ਜਾਏਗਾ। ਇਸੇ ਤਰ੍ਹਾਂ ਪਾਕਿਸਤਾਨ ਦੇ ਨਾਲ ਵੀ, ਪਾਕਿਸਤਾਨ ਜਿੱਦਾਂ ਮੁਲਕ ਹੈਗਾ ਵੇ, ਇਹਦੀ ਆਬਾਦੀ ਆਈਡਲੀ 6-7 ਕਰੋੜ ਤੱਕ ਰਹਿਣੀ ਚਾਹੀਦੀ ਸੀ। ਇਸ ਤੋਂ ਜ਼ਿਆਦਾ ਆਬਾਦੀ ਸਾਡੇ ਜਿਹੜੇ ਵਸਾਇਲ ਨੇ ਇਹਨਾਂ ਦੇ ਉੱਤੇ ਭਾਰ ਹੋਏਗਾ। ਹੁਣ ਸੂਰਤ ਹਾਲ ਇਹ ਵੇਖ ਕੇ ਚੰਦ ਦਿਨ ਪਹਿਲੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸਾਂ ਕਿ ਪਾਕਿਸਤਾਨ ਦੇ ਵਿੱਚ 2.5 ਕਰੋੜ ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹ ਸਕੂਲ ਨਹੀਂ ਜਾ ਰਹੇ, ਯਾਨੀ ਸਕੂਲਾਂ ਤੋਂ ਬਾਹਰ ਨੇ। ਸਕੂਲ ਦੀ ਬੁਨਿਆਦੀ ਜਿਹੜੀ ਐਜੂਕੇਸ਼ਨ ਹੈਗੀ ਉਹ ਹਾਸਲ ਕਰਨ ਦੇ ਕਾਬਲ ਨਹੀਂ ਹੈਗੇ। ਵਜ੍ਹਾ ਇਹ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਸਕੂਲ ਨਹੀਂ ਹੈਗਾ, ਜਾਂ ਟੀਚਰ ਨਹੀਂ ਹੈਗੇ, ਜਾਂ ਕੋਈ ਹੋਰ ਮਸਲਾ ਹੈ, ਉਹਨਾਂ ਦੇ ਘਰ ਦੇ ਹਾਲਾਤ ਇਸ ਤਰ੍ਹਾਂ ਨੇ ਕਿ ਉਹ ਨਹੀਂ ਪੜ੍ਹ ਸਕਦੇ। ਤੇ 2.5 ਕਰੋੜ ਬੱਚਾ ਜਿਸ ਮੁਲਕ ਦੇ ਵਿੱਚ ਸਕੂਲੋਂ ਬਾਹਰ ਹੋਵੇ, ਉਹਨੇ ਕੀ ਮੁਸਤਕਬਲ ਦੇ ਜਿਹੜੇ ਚੈਲੰਜ ਨੇ ਉਹਦਾ ਮੁਕਾਬਲਾ ਕਰਨਾ। ਇੰਝ ਹੀ 6 ਕਰੋੜ ਤੋਂ ਬਹੁਤੇ ਜਿਹੜੇ ਬੰਦੇ ਨੇ ਨਾ ਪਾਕਿਸਤਾਨ 'ਚ, ਉਹਨਾਂ ਕੋਲ ਆਪਣਾ ਘਰ ਨਹੀਂ ਹੈਗਾ, ਬੇਘਰ ਨੇ। ਤੇ ਅਗਰ ਆਬਾਦੀ ਕੰਟਰੋਲ ਹੋਵੇ ਤੇ ਸਰਕਾਰ ਕੁਛ ਕਰ ਸਕਦੀ, ਉਹਨਾਂ ਨੂੰ ਮਕਾਨ ਦੇ ਸਕਦੀ ਹੈ, ਘਰ ਦੇ ਸਕਦੀ ਹੈ, ਕਿਸ਼ਤਾਂ 'ਤੇ ਕੋਈ ਸਕੀਮ ਲਿਆ ਸਕਦੀ। ਲੇਕਿਨ ਇੰਨੀ ਵੱਡੀ ਆਬਾਦੀ ਨੂੰ ਕੀ ਕੀਤਾ ਜਾਵੇ, ਸਰਕਾਰ ਦੇ ਵਸਾਇਲ ਹੈਗੇ। ਫਿਰ ਸਾਡੇ ਇੱਥੇ ਇੱਕ ਰੇਸ਼ੋ ਹੈ ਕਿ ਜਿਹੜੇ 2000 ਬੰਦੇ ਨੇ
ਉਹਨਾਂ ਵਾਸਤੇ ਇੱਕ ਡਾਕਟਰ ਹੈ। ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿ 2000 ਹਰ ਬੰਦੇ ਨੂੰ ਕੋਈ ਨਾ ਕੋਈ ਮਰਜ਼, ਕੋਈ ਨਾ ਕੋਈ ਪਰੇਸ਼ਾਨੀ ਜਿਸਮਾਨੀ ਜ਼ਹਿਨੀ ਹੈਗੀ, ਤੇ ਉਹ ਉਹਦੇ ਆਰਜ਼ੇ ਦੇ ਇਲਾਜ ਵਾਸਤੇ ਜੇ ਡਾਕਟਰ ਕੋਲ ਜਾਏ ਤੇ ਡਾਕਟਰ ਦੇ ਕੋਲ ਤਾਂ ਪਹਿਲੇ ਤੋਂ ਹੀ ਲਾਈਨਾਂ ਲੱਗੀਆਂ ਨੇ। ਤੇ ਇਲਾਜ ਮੁਆਲਜੇ ਦੀ ਸਹੂਲਤਾਂ ਵੀ ਇਸ ਵਾਸਤੇ ਨਹੀਂ ਕਿ ਆਬਾਦੀ ਜ਼ਿਆਦਾ। ਫਿਰ ਟਰਾਂਸਪੋਰਟ ਨਹੀਂ ਹੈਗੀ। ਤੁਸੀਂ ਵੇਖਦੇ ਜੇ ਸ਼ਹਿਰਾਂ ਦੇ ਵਿੱਚ, ਪਿੰਡਾਂ 'ਚ ਤੁਸੀਂ ਸਫ਼ਰ ਕਰਦੇ ਜੇ ਤੇ ਤੁਹਾਡੇ ਕੋਲ ਗੱਡੀ ਨਹੀਂ ਹੈਗੀ, ਪਬਲਿਕ ਟਰਾਂਸਪੋਰਟ ਨਹੀਂ ਹੈਗੀ, ਬੱਸ ਨਹੀਂ ਹੈਗੀ, ਤੇ ਲੋਕ ਕਿਵੇਂ ਸਫ਼ਰ ਕਰਦੇ ਨੇ? ਇਹ ਵੀ ਆਬਾਦੀ ਦਾ ਜਿਹੜਾ ਭਾਰ ਹੈ ਉਹ ਤੁਹਾਡੇ ਵਸਾਇਲ ਜਿਹੜਾ ਹੈ ਉਹ ਉਸ ਪਾਸੇ ਜਾਣ ਹੀ ਨਹੀਂ ਦਿੰਦਾ। ਫਿਰ ਸਾਫ਼ ਪਾਣੀ ਨਹੀਂ ਹੈਗਾ ਲੋਕਾਂ ਕੋਲ। ਕੁਝ ਅਰਸਾ ਪਹਿਲੇ ਤੱਕ, ਅੱਜ ਤੋਂ 15-20 ਸਾਲ ਪਹਿਲੇ, ਲਾਹੌਰ ਸ਼ਹਿਰ ਔਰ ਦੇ ਇਰਦ ਗਿਰਦ ਜਿਹੜਾ ਜ਼ੇਰੇ ਜ਼ਮੀਨ ਪਾਣੀ ਹੈ ਉਹ 50 ਫੁੱਟ 100 ਫੁੱਟ ਦੇ ਉੱਤੇ ਮਿਲ ਜਾਂਦਾ ਸੀ ਪੀਣ ਵਾਲਾ। ਹੁਣ ਉਹ 350 ਫੁੱਟ ਦੇ ਉੱਤੇ ਚਲਾ ਗਿਆ, ਪਾਣੀ ਥੱਲੇ ਜਾ ਰਿਹਾ। ਫਿਰ ਗੰਦਾ ਜਿਹੜਾ ਪਾਣੀ ਉਹ ਬੜਾ ਮਿਲ ਰਿਹਾ ਸੀਵਰੇਜ ਦਾ, ਤੇ ਐਸਾ ਪਾਣੀ ਜਿਹੜਾ ਮੁਜ਼ਰ ਸਿਹਤ ਹੈਗਾ ਉਹ ਨਿਕਲ ਰਿਹਾ। ਤੇ ਸਾਫ਼ ਪਾਣੀ ਦੀ ਸਹੂਲਤ ਨਹੀਂ ਇਹਨੇ ਲੋਕਾਂ ਕੋਲ ਮਿਲਣੀ। ਕਰਾਚੀ ਦੇ ਬਾਰੇ ਆਮ ਤੌਰ 'ਤੇ ਅਸੀਂ ਸੁਣਨੇ ਕਿ ਉੱਥੇ ਜੀ ਵਾਟਰ ਮਾਫੀਆ ਹੈ, ਜਿਹੜਾ ਸਰਕਾਰੀ ਬਾਸਰ ਲੋਕ ਹੁੰਦੇ ਨੇ ਉਹ ਪੈਪਾਂ ਤੋਂ ਪਾਣੀ ਚੋਰੀ ਕਰਕੇ ਟੈਂਕਰਾਂ 'ਚ ਭਰ ਕੇ ਤੇ ਲੋਕਾਂ ਨੂੰ ਵੇਚਦੇ ਨੇ। ਤੇ ਸਾਫ਼ ਪਾਣੀ ਲੋਕਾਂ ਦੇ ਜਿਹੜੇ ਹੈਗੀਆਂ ਪੈਪ ਹੈਗੇ ਨੇ ਜਿਹੜੇ ਵਾਟਰ ਸਪਲਾਈ ਦੇ, ਉਹਦੇ 'ਚ ਪਾਣੀ ਨਹੀਂ ਆਉਂਦਾ। ਤੇ ਇਹ ਕਿਉਂ ਇੰਜ ਹੋਇਆ? ਉੱਥੇ ਟੈਂਕਰ ਕਿਉਂ ਵਿਕਦੇ ਨੇ? ਇਹਦੀ ਵਜ੍ਹਾ ਇਹ ਕਿ ਆਬਾਦੀ ਦੇ ਵਿੱਚ ਇਜ਼ਾਫਾ ਇਸ ਤਰ੍ਹਾਂ ਦਾ ਹੋਇਆ ਵੇ ਕਿ ਸਰਕਾਰ ਲੋਕਾਂ ਨੂੰ ਸਾਫ਼ ਪਾਣੀ ਦੇ ਹੀ ਨਹੀਂ ਸਕਦੀ। ਫਿਰ ਅਸੀਂ ਇਹ ਵੇਖਦੇ ਕਿ ਅਸੀਂ ਇਹਨਾਂ ਮਸਾਇਲ ਦੇ ਸ਼ਿਕਾਰ ਹਾਂ ਕਿ ਲੋਕ ਦੁਨੀਆ ਦੇ ਵਿੱਚੋਂ ਨਿਕਲੀ ਗਈ ਹੈ। ਅਤੇ ਸਾਡੇ ਕੋਲ ਇੱਕ ਇਸ ਖਿੱਤੇ ਦੇ ਵਿੱਚ ਇੱਕ ਮਿਸਾਲ ਹੈਗੀ। ਜਦੋਂ ਮਸ਼ਰਕੀ ਪਾਕਿਸਤਾਨ ਸਾਡੇ ਕੋਲ ਵੱਖ ਹੋਇਆ ਅਤੇ ਉਹਨਾਂ ਦੀ ਆਬਾਦੀ ਲਗਭਗ ਹੈਗੀ ਸੀ 7 ਕਰੋੜ ਤੇ ਕੁਝ ਲੱਖ, ਅਤੇ ਪਾਕਿਸਤਾਨ ਦਾ ਵਾਲਾ ਇਹ ਮਗਰਬੀ ਪਾਕਿਸਤਾਨ ਦਾ ਜਿਹੜਾ ਹਿੱਸਾ ਹੈ ਇਹਦੀ 6 ਲੱਖ ਤੇ ਕੁਝ 6 ਕਰੋੜ ਤੇ ਕੁਝ ਆਬਾਦੀ ਹੈਗੀ ਸੀ। ਹੁਣ ਸੂਰਤ ਹਾਲ ਇਹ ਵੇ ਕਿ ਮਸ਼ਰਕੀ ਪਾਕਿਸਤਾਨ ਯਾਨੀ ਜਿਹੜਾ ਹੁਣ ਬੰਗਲਾਦੇਸ਼ ਬਣਿਆ ਹੈ, ਉਹਦੀ ਆਬਾਦੀ ਦਾ ਜਨਾਬ ਹੈਗੀ 14-15 ਕਰੋੜ, ਅਤੇ ਪਾਕਿਸਤਾਨ ਦੀ ਆਬਾਦੀ ਹੋ ਗਈ 24 ਕਰੋੜ। ਅਸੀਂ ਉਹਨਾਂ ਨਾਲੋਂ ਵੀ ਡਬਲ ਹੋ ਗਏ। ਔਰ ਬੰਗਲਾਦੇਸ਼ ਦਾ ਜਿਹੜਾ ਰੁਪਈਆ ਹੈ, ਟਕਾ ਉਹਨੂੰ ਕਹਿੰਦੇ ਨੇ, ਉਹ ਪਾਕਿਸਤਾਨ ਨਾਲੋਂ ਮਜ਼ਬੂਤ ਹੋ ਗਿਆ। ਪਾਕਿਸਤਾਨ ਦੇ 3 ਰੁਪਈਏ ਹੋਣ ਤੇ ਬੰਗਲਾਦੇਸ਼ ਦਾ 1 ਟਕਾ ਬਣਦਾ। ਯਾਨੀ ਉਹ ਜਦੋਂ ਪਹਿਲੇ ਕਹਿੰਦੇ 2 ਟਕੇ, ਹੁਣ ਗੱਲ ਉਸ ਤੋਂ ਵੀ ਵੱਧ ਗਈ। ਉਹ ਸਾਡੇ ਨਾਲੋਂ ਮਜ਼ਬੂਤ ਹੋ ਗਏ ਨੇ ਇਸ ਵਾਸਤੇ ਕਿ ਉਹਨਾਂ ਨੇ ਆਬਾਦੀ ਆਪਣੀ ਘਟਾਈ। ਉਹ ਵੀ ਮੁਸਲਮਾਨ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਰਿਜ਼ਕ ਦਾ ਵਾਅਦਾ ਅੱਲਾ ਨੇ ਕੀਤਾ ਹੈ। ਉਹਨਾਂ ਨੂੰ ਵੀ ਪਤਾ ਹੈ ਕਿ ਵਸਾਇਲ ਜਿਹੜੇ ਨੇ ਉਹ ਅੱਲਾ ਵੱਲੋਂ ਆਉਣੇ ਨੇ, ਬੰਦੇ ਕੁਝ ਨਹੀਂ ਕਰ ਸਕਦੇ। ਸਾਰੇ ਯਕੀਨ ਈਮਾਨ ਉਹਨਾਂ ਦਾ ਵੀ ਉਂਝ ਹੀ ਜਿਵੇਂ ਸਾਡਾ ਹੈ। ਪਰ ਉਹਨਾਂ ਨੇ ਲਾਜਿਕਲੀ ਸਮਝਿਆ ਚੀਜ਼ ਨੂੰ ਕਿ ਹਰ ਜਗ੍ਹਾ ਦੇ, ਹਰ ਮੁਲਕ ਦੇ ਇੱਕ ਮਸਾਇਲ ਹੁੰਦੇ ਨੇ ਅਤੇ ਵਸਾਇਲ ਹੁੰਦੇ ਨੇ। ਤੁਹਾਡੇ ਜਿਹੜੇ ਵਸਾਇਲ ਨੇ ਉਹ ਆਬਾਦੀ ਨਾਲੋਂ ਜੇ ਘਟ ਜਾਣ ਤਾਂ ਫਿਰ ਉਸ ਮੁਲਕ ਦੇ ਉੱਤੇ ਗੁਰਬਤ ਆ ਜਾਂਦੀ, ਉਸ ਮੁਲਕ ਦੇ ਵਿੱਚ ਪਰੇਸ਼ਾਨੀਆਂ ਹੋ ਜਾਂਦੀਆਂ। ਉਹਦੀ ਜਿਹੜੀ ਸਿਆਸੀ ਖੁਦ ਮੁਖਤਾਰੀ ਔਰ ਆਜ਼ਾਦੀ ਹੁੰਦੀ ਉਹ ਵੀ ਗਿਰਵੀ ਰੱਖੀ ਜਾਂਦੀ। ਅਤੇ ਪਾਕਿਸਤਾਨ ਦੇ ਅੱਜ ਤੁਸੀਂ ਹਾਲਾਤ ਵੇਖ ਲਓ ਕਿ ਅਸੀਂ ਕਰਜ਼ੇ ਤੋਂ ਬਗੈਰ ਨਹੀਂ ਚੱਲਣ ਡੇ। ਅਸੀਂ ਵਰਲਡ ਬੈਂਕ ਦੇ ਮਕਰੂਜ਼ ਹਾਂ, IMF ਦੇ ਮਕਰੂਜ਼ ਹਾਂ, ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਮਕਰੂਜ਼ ਹਾਂ, ਇਸਲਾਮਿਕ ਡਿਵੈਲਪਮੈਂਟ ਬੈਂਕ ਦੇ ਮਕਰੂਜ਼ ਹਾਂ। ਅਸੀਂ ਆਪਣੇ ਜਿਹੜੇ ਮੁਲਕ ਦੇ ਬੈਂਕ ਨੇ, ਇੰਟਰਨਲ ਕਰਜ਼ੇ ਉਹਨਾਂ ਕੋਲੋਂ ਖਰਬਾਂ ਰੁਪਈਆਂ ਦੇ ਲਏ ਹੋਏ ਨੇ, ਉਹਨਾਂ ਦੇ ਮਕਰੂਜ਼ ਹੈਗੇ। ਅਤੇ ਮੁਲਕ ਕਿਵੇਂ ਚੱਲੇਗਾ? ਅਸੀਂ ਮੋਟਰਵੇ ਗਿਰਵੇ ਕਰ ਦਿੱਤੀ, ਅਸੀਂ ਰੇਲਵੇ ਸਟੇਸ਼ਨ ਗਿਰਵੀ ਕਰ ਦਿੱਤੇ, ਅਸੀਂ ਜਨਾਬ ਆਪਣੇ ਕਈ ਕਾਰਖਾਨੇ ਸਰਕਾਰੀ ਜਿਹੜੇ ਸਨ ਉਹ ਗਿਰਵੀ ਰੱਖ ਦਿੱਤੇ ਨੇ। ਅਸੀਂ ਕਈ ਤਰ੍ਹਾਂ ਦੀ ਸਰਕਾਰੀ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਆਲਮੀ ਅਦਾਰਿਆਂ ਨੂੰ ਗਿਰਵੀ ਰੱਖ ਦਿੱਤੀਆਂ ਨੇ। ਅਤੇ ਇਸ ਸੂਰਤ ਹਾਲ ਦੇ ਵਿੱਚ ਜਿਹੜੀ ਪਰੇਸ਼ਾਨੀ ਹੈ ਉਹ ਸਿਰਫ ਆਬਾਦੀ ਦੇ ਰਹੀ। ਅੱਜ ਦੇ ਵਲੌਗ ਕਰਨ ਦਾ ਮਕਸਦ ਇਹ ਹੈ ਕਿ ਸਾਨੂੰ ਹਕੂਮਤ ਵੱਲੋਂ ਤਾਂ ਕੋਈ ਉਮੀਦ ਨਹੀਂ। ਉਹਦੇ ਕੋਲ ਜਿਹੜੇ ਆਲਮੀ ਅਦਾਰਿਆਂ ਵੱਲੋਂ ਫੰਡਸ ਆਉਂਦੇ ਸਨ ਕਿ ਆਬਾਦੀ ਨੂੰ ਕਮੀ ਵਾਸਤੇ ਤੁਸੀਂ ਇਸਤੇਮਾਲ ਕਰੋ, ਉਹ ਖਾ ਪੀ ਜਾਂਦੇ ਸਨ। ਹੁਣ ਇਹ ਮਸਲਾ ਹੈ ਆਮ ਲੋਕਾਂ ਦਾ, ਔਰ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਾਡਾ ਮਸਲਾ ਹੈ ਅਤੇ ਅਸੀਂ ਆਪੇ ਇਹਨੂੰ ਹੱਲ ਕਰਨਾ ਹੈ। ਅਤੇ ਜਨਾਬ ਆਬਾਦੀ ਦੇ ਕੰਟਰੋਲ ਵਾਸਤੇ ਕੋਸ਼ਿਸ਼ ਕਰੋ ਕਿ ਕਮ ਅਜ਼ ਕਮ ਆਬਾਦੀ ਰੱਖੋ, ਆਪਣੇ ਵਸਾਇਲ ਦੇ ਮੁਤਾਬਕ ਰੱਖੋ। ਜੇ ਤੁਸੀਂ 2 ਬੱਚੇ ਚੰਗੇ ਪਾਲ ਸਕਦੇ ਜੇ ਤਾਂ 2 ਬੱਚੇ ਰੱਖੋ। ਇੱਕ ਬੱਚੇ ਨੂੰ ਚੰਗੀ ਪਰਵਰਿਸ਼ ਕਰ ਸਕਦੇ ਜੇ, ਤਰਬੀਅਤ ਦੇ ਸਕਦੇ ਜੇ, ਉਹਨੂੰ ਆਪਣੇ ਪੈਰਾਂ 'ਤੇ ਖੜਾ ਕਰ ਸਕਦੇ ਤਾਂ ਫਿਰ ਉਨਾ ਹੀ ਕਰੋ। ਜੇ ਤੁਸੀਂ 5, 7, 10 ਬੱਚੇ ਪੈਦਾ ਕਰ ਦਿਓਗੇ, ਤੁਹਾਡੀ ਹਿੰਮਤ ਜਿਹੜੀ ਇੱਕ ਬੱਚੇ ਦੀ ਹੋਵੇਗੀ ਤਰਬੀਅਤ ਦੀ, ਅਤੇ ਫਿਰ ਕੀ ਹੋਵੇਗਾ? ਫਿਰ ਉਹ ਬੱਚੇ ਜਿਹੜੇ ਨੇ ਉਹਨਾਂ ਦੀ ਤਰਬੀਅਤ ਵੀ ਨਹੀਂ ਹੋਵੇਗੀ, ਉਹ ਚੰਗੇ ਇਨਸਾਨ ਦੇ ਤੌਰ 'ਤੇ ਨਸ਼ੋਨੁਮਾ ਵੀ ਨਹੀਂ ਪਾਉਣਗੇ, ਪਰਵਰਿਸ਼ ਨਹੀਂ ਹੋਵੇਗੀ, ਅਤੇ ਉਹ ਮੁਲਕ ਵਾਸਤੇ ਵੀ ਤਾਂ ਬਾਅਦ ਦੇ ਵਿੱਚ ਨੁਕਸਾਨ ਬਣਨਗੇ। ਪਹਿਲੇ ਉਹ ਆਪਣੇ ਘਰ, ਆਪਣੇ ਵਾਲਦੈਨ ਵਾਸਤੇ ਨੁਕਸਾਨ ਬਣਨਗੇ। ਅਤੇ ਇਹ ਅੱਜ ਦਾ ਵਲੌਗ ਸੀ। ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ, ਅਤੇ ਆਪਣੀ ਰਾਏ ਵੀ ਦਿਆ ਜਾਏ ਕਮੈਂਟਸ ਦੇ ਸੈਕਸ਼ਨ ਦੇ ਵਿੱਚ, ਅਤੇ ਸਬਸਕ੍ਰਾਈਬ ਕਰਦੇ ਰਹੋ। ਜਿੰਦੇ ਰਹੋ, ਵਸਦੇ ਰਹੋ।